ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਆਪਾਂ ਚਰਚਾ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਵਿਟਾਮਿਨਸ। ਵਿਟਾਮਿਨਸ ਕੀ ਚੀਜ਼ ਹੁੰਦੇ ਨੇ, ਵਿਟਾਮਿਨ ਦੀ ਕਮੀ ਨਾਲ ਆਪਣੇ ਬੋਡੀ ਦੇ ਵਿੱਚ ਕੀ ਬਦਲਾਅ ਆਉਂਦੇ ਨੇ, ਕੀ ਬਿਮਾਰੀਆਂ ਸਾਨੂੰ ਵਿਟਾਮਿਨਸ ਦੀ ਕਮੀ ਦੇ ਨਾਲ ਲੱਗਦੀਆਂ ਨੇ, ਇਹ ਵਿਟਾਮਿਨ ਕੀ ਸਰੀਰ ਦੇ ਅੰਦਰ ਆਪੇ ਬਣਦੇ ਨੇ ਕਿ ਸਾਨੂੰ ਬਾਹਰੋਂ ਲੈਣੇ ਪੈਂਦੇ ਨੇ। ਵਿਟਾਮਿਨਸ ਜਿਹੜੀਆਂ ਅਸੀਂ ਬਾਹਰੋਂ ਵਿਟਾਮਿਨ ਜਿਹੜੇ ਲੈ ਰਹੇ ਹਾਂ ਉਹਦੇ ਕਿੰਨੇ ਕੁ ਸਾਡੇ ਦੇ ਸਰੀਰ ਦੇ ਉੱਤੇ ਉਹ ਕਾਰਗਰ ਰਹਿੰਦੇ ਨੇ, ਕਿੰਨੇ ਕੁ ਅਸਰਦਾਰ ਹੁੰਦੇ ਨੇ, ਅਤੇ ਵਿਟਾਮਿਨਸ ਸਾਨੂੰ ਲੈਣ ਦੇ ਸੋਰਸ ਕਿਹੜੇ-ਕਿਹੜੇ ਨੇ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ-ਬਹੁਤ ਸਵਾਗਤ ਹੈ। ਇਹ ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਵਿਟਾਮਿਨ ਆਪਾਂ ਸੁਣਦੇ ਤਾਂ ਬਹੁਤ ਹਾਂ, ਸਾਰੇ ਜਣੇ ਸੁਣਦੇ ਹਾਂ ਅਸੀਂ, ਅਤੇ ਵਿਟਾਮਿਨ ਦੀ ਕਮੀ ਹੋ ਗਈ ਜੀ। ਵਿਟਾਮਿਨ ਅਸਲ ਦੇ ਵਿੱਚ ਵਿਟਾਮਿਨ ਹੈ ਕੀ ਹੈ? ਵਾਈਟਾ ਮੀਨਸ ਲਾਈਫ ਔਰ ਅਮੀਨ ਮੀਨਸ ਇਸੈਂਸ਼ੀਅਲ, ਜੋ ਜ਼ਿੰਦਗੀ ਲਈ ਜ਼ਰੂਰੀ ਚੀਜ਼ਾਂ ਜਿਹੜੇ ਹਿੱਸਾ ਵਾ ਸਾਡੇ ਜੀਵਨ ਦੇ ਲਈ ਖਾਣੇ ਦੇ ਰੂਪ ਦੇ ਵਿੱਚ, ਉਹਨੂੰ ਇੱਕ ਵਾਈਟਾਮਿਨ ਵਰਡ ਦੇ ਵਿੱਚ ਦਿੱਤਾ ਗਿਆ ਹੈਗਾ ਸ਼ਬਦ। ਔਰ ਵਿਟਾਮਿਨ ਸਾਡੀ ਡੇਲੀ ਮਰਾ ਲਾਈਫ ਦੇ ਵਿੱਚ ਸਾਡੇ ਭੋਜਨ ਦੇ ਵਿੱਚ ਮੌਜੂਦ ਹੋਣੇ ਚਾਹੀਦੇ ਨੇ। ਕਰੀਬ 1912 ਤੋਂ ਲੈ ਕੇ 1925 ਤੱਕ ਇਸ ਟਾਈਮ ਪੀਰੀਅਡਸ ਦੇ ਵਿੱਚ ਇਹਦੇ ਉੱਤੇ ਕਾਫੀ ਤਰ੍ਹਾਂ ਦੀਆਂ ਖੋਜਾਂ ਹੋਈਆਂ। ਇਹਨੂੰ ਇੱਕ ਨਵੇਂ ਵਰਡ, ਇੱਕ ਨਵੀਂ ਇਨਵੈਂਸ਼ਨ ਦੇ ਨਾਲ, ਇੱਕ ਖੋਜ ਦੇ ਨਾਲ ਪੇਸ਼ ਕੀਤਾ ਗਿਆ ਔਰ ਫਿਰ ਸਾਡੀਆਂ ਬੁੱਕਸ ਦੇ ਉੱਤੇ ਇੱਕ ਨਵੇਂ ਵਰਡ ਆਏ ਕਿ ਵਾਈਟਾਮਿਨ। ਔਰ ਜਦੋਂ ਸਮੁੰਦਰੀ ਜਹਾਜ਼ਾਂ ਦਾ ਸਫ਼ਰ ਹੁੰਦਾ ਸੀ ਉਸ ਟਾਈਮ 'ਤੇ ਕਾਫੀ ਟਾਈਮ ਲੱਗਦਾ ਸੀ, ਟੈਕਨੋਲੋਜੀ 'ਚ ਫਰਕ ਸੀ, ਹਰ ਚੀਜ਼ ਸਲੋ ਸੀ। ਤਾਂ ਜਿਹੜੇ ਉਹਦੇ 'ਚ ਯਾਤਰੀ ਹੁੰਦੇ ਸੀ ਉਹ ਬਹੁਤ ਸਾਰੇ ਵਿਟਾਮਿਨਸ ਦੀ ਕਮੀ ਨਾਲ ਉਹਨਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਸੀ, ਲੇਕਿਨ ਉਹਨਾਂ ਨੂੰ ਉਸ ਟਾਈਮ 'ਤੇ ਪਤਾ ਨਹੀਂ ਹੁੰਦਾ ਸੀ। ਉਸ ਟਾਈਮ ਦੀ ਜਿਹੜੀ ਹੈਲਥ ਸਾਇੰਸ ਸੀ ਉਹ ਇੰਨੀ ਕੁ ਐਡਵਾਂਸ ਨਹੀਂ ਸੀ ਕਿ ਉਹਨਾਂ ਨੂੰ ਪਤਾ ਹੋਵੇ ਕਿ ਇਹ ਵਿਟਾਮਿਨ ਦੀ ਕਮੀ ਹੈ। ਹਾਂ, ਲੇਕਿਨ ਜਦੋਂ ਸੈਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਦੀ ਸੀ ਵਾਇਆ ਸ਼ਿਪ, ਤਾਂ ਉਹਦੇ ਵਿੱਚ ਕਾਫੀ ਜਗ੍ਹਾ 'ਤੇ ਇਸ ਤਰ੍ਹਾਂ ਦੀਆਂ ਆਪਾਂ ਨੂੰ ਸਟੋਰੀਜ਼ ਉਦੋਂ ਸੁਣਨ ਨੂੰ ਵੀ ਮਿਲਦੀਆਂ ਨੇ ਕਿ ਸਮੁੰਦਰੀ ਜਹਾਜ਼ 'ਚ ਸਫ਼ਰ ਕਰਦੇ ਕਰਦੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਸੀ। ਔਰ ਮੌਤ ਹੋਣ ਦਾ ਕਾਰਨ ਹੁੰਦਾ ਸੀ ਬਹੁਤ ਬਿਮਾਰੀ। ਉਹਦੇ ਵਿੱਚ ਇੱਕ ਡਿਜ਼ੀਜ਼ ਨਿਕਲ ਕੇ ਆਈ ਸੀ ਸਕਰਵੀ, ਜਿਹੜੀ ਵਿਟਾਮਿਨ ਸੀ ਦੀ ਕਮੀ ਨਾਲ ਹੁੰਦੀ ਹੈ। ਤਾਂ ਜਦੋਂ ਇਸ ਚੀਜ਼ ਇਹਦੀ ਜਦੋਂ ਬਾਡੀ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ ਤਾਂ ਬਹੁਤ ਸਾਰਾ ਜਿਹੜਾ ਮਸੂੜਿਆਂ 'ਚੋਂ ਬਲੱਡ ਨਿਕਲਣਾ ਔਰ ਪੇਟ ਦੀ ਸਮੱਸਿਆ ਹੋ ਜਾਣਾ ਔਰ ਲੀਵਰ ਦੀ ਸਮੱਸਿਆ ਹੋ ਜਾਣਾ, ਲੱਤਾਂ ਬਾਹਾਂ ਦਾ ਅਕੜਾਪਨ ਵੱਧ ਜਾਣਾ, ਇਸ ਤਰ੍ਹਾਂ ਦੇ ਸਿੰਪਟਮ ਹੁੰਦੇ ਸੀ ਔਰ ਮੌਤ ਵੀ ਬੜੀ ਸਪੀਡ ਨਾਲ ਹੁੰਦੀ ਸੀ। ਤਾਂ ਫਿਰ ਉੱਥੋਂ ਇੱਕ ਕੁੱਕ ਸੀ ਸ਼ਿਪ ਦੇ ਵਿੱਚ, ਤਾਂ ਉਸ ਕੁੱਕ ਨੇ ਕੁਛ ਨਿੰਬੂ ਔਰ ਹਰੀਆਂ ਸਬਜ਼ੀਆਂ ਦੇਣੀਆਂ ਸ਼ੁਰੂ ਕੀਤੀਆਂ ਕਿਉਂਕਿ ਕੁਛ ਲੋਕ ਮਰ ਰਹੇ ਸੀ, ਬਿਮਾਰ ਸੀ। ਲੇਕਿਨ ਉਸ ਤੋਂ ਬਾਅਦ ਜਿਨ੍ਹਾਂ ਨੂੰ ਦੇ ਰਿਹਾ ਸੀ ਉਹਨਾਂ ਦੀ ਹਾਲਤ ਬੈਟਰ ਹੁੰਦੀ ਗਈ, ਉਹ ਥੋੜ੍ਹਾ ਜਿਹਾ ਸੁਧਾਰ ਆਉਂਦਾ ਹੈਗਾ ਉਹਨਾਂ ਦੀ ਬਾਡੀ ਦੇ ਵਿੱਚ। ਤਾਂ ਦੈਨ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇਹ ਵਿਟਾਮਿਨ ਸੀ ਦੀ ਕਮੀ ਦੇ ਨਾਲ ਇਹ ਜਿਹੜੀ ਸਕਰਵੀ ਨਾਂ ਦਾ ਜਿਹੜਾ ਰੋਗ ਹੈ ਉਹ ਹੁੰਦਾ ਹੈ। ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੀਆਂ ਖੋਜਾਂ ਵਧੀਆਂ। ਤਾਂ ਦੈਨ ਸਟੈਪ ਬਾਏ ਸਟੈਪ ਫਿਰ ਵਿਟਾਮਿਨ A, B6, B12, ਵਿਟਾਮਿਨ C ਔਰ ਦੈਨ ਉਸ ਤੋਂ ਬਾਅਦ ਵਿਟਾਮਿਨ D, E ਔਰ K, ਇਹ ਜਿਹੜੇ ਕਿ ਡਿਸਕਵਰੀ ਤੋਂ ਜਿਨ੍ਹਾਂ ਨੇ ਆਪਣੇ ਲੈਵਲ 'ਤੇ ਇਹਦੀ ਡਿਸਕਵਰੀ ਕੀਤੀ, ਇਹਦੀ ਖੋਜ ਕੀਤੀ, ਦੈਨ ਉਹਨੂੰ ਬੁੱਕਸ ਤੱਕ ਲੈ ਕੇ ਆਉਂਦਾ ਔਰ ਅੱਗੇ ਲੋਕਾਂ ਨੇ ਪੜ੍ਹਨਾ ਸ਼ੁਰੂ ਕੀਤਾ, ਅਲੱਗ-ਅਲੱਗ ਹੈਲਥ ਸਬਜੈਕਟ ਦੇ ਵਿੱਚ ਐਡ ਕੀਤਾ। ਫਿਰ ਪਤਾ ਲੱਗਣ ਲੱਗਿਆ ਕਿ ਵਿਟਾਮਿਨ ਸਾਡੇ ਜੋ ਅਸੀਂ ਫੂਡ ਲੈਂਦੇ ਹਾਂ, ਹਰੀਆਂ ਸਬਜ਼ੀਆਂ ਲੈਂਦੇ ਹਾਂ, ਦੁੱਧ ਲੈਂਦੇ ਹਾਂ, ਇਹਨਾਂ 'ਚੋਂ ਸਾਨੂੰ ਵਿਟਾਮਿਨਸ ਮਿਲਦੇ ਨੇ। ਔਰ ਬਿਨਾਂ ਵਿਟਾਮਿਨਸ ਦੇ ਵਿਟਾਮਿਨ ਸਾਨੂੰ ਊਰਜਾ ਨਹੀਂ ਦਿੰਦਾ ਕੋਈ, ਲੇਕਿਨ ਵਿਟਾਮਿਨ ਜਿਹੜੀਆਂ ਚੀਜ਼ਾਂ ਊਰਜਾ ਬਣਾਉਂਦੀਆਂ ਨੇ ਉਹਦੀ ਸਪੋਰਟ ਕਰਦਾ ਹੈ। ਠੀਕ ਹੈ, ਇਹ ਮੇਨ ਚੀਜ਼ ਹੁੰਦੀ ਹੈ। ਸੋ ਇਹਦੇ ਵਿੱਚ ਜਿਵੇਂ ਵਿਟਾਮਿਨ A ਹੈ, ਵਿਟਾਮਿਨ A ਦੀ ਕਮੀ ਦੇ ਨਾਲ ਆਈਸਾਈਟ ਵੀਕ ਹੋਣਾ, ਅੰਧਾਪਨ ਆ ਜਾਣਾ, ਠੀਕ ਹੈ, ਅੱਖਾਂ ਦੀਆਂ ਜਿੰਨੀਆਂ ਵੀ ਪ੍ਰੋਬਲਮ ਉਹ ਜੁੜੀਆਂ ਹੋਈਆਂ ਨੇ। ਇਹਦਾ ਜਿਹੜਾ ਸੋਰਸ ਹੈ ਉਹ ਗਾਜਰ ਹੈ, ਮੂਲੀ ਹੈ, ਪੱਤਿਆਂ
ਹਰੀਆਂ ਪੱਤਿਆਂ ਦੀਆਂ ਸਬਜ਼ੀਆਂ ਨੇ, ਠੀਕ ਹੈ। ਵਿਟਾਮਿਨ B1 ਹੋ ਗਿਆ, ਜਿਹਦੇ ਨਾਲ ਬੇਰੀ ਦਾ ਰੋਗ ਹੁੰਦਾ। ਬੇਰੀ ਦੇ ਰੋਗ ਦੇ ਵਿੱਚ ਕੀ ਹੁੰਦਾ ਕਿ ਨਸਾਂ ਜਿਹੜੀਆਂ ਨੇ ਉਹ ਸੋਜ ਪੈ ਜਾਂਦੀ ਹੈ, ਠੀਕ ਹੈ। ਔਰ ਇਹ ਵੀ 1926 28 ਦੇ ਲਾਗੇ ਇਹ ਰੋਗ ਜ਼ਿਆਦਾ ਡਿਵੈਲਪ ਆਇਆ ਸੀ ਮਾਰਕੀਟ ਦੇ, ਜਿਹੜਾ ਕਿ ਇੱਕ ਮਹਾਮਾਰੀ ਦੇ ਰੂਪ ਦੀ ਤਰ੍ਹਾਂ ਹੀ ਸੀ ਉਸ ਟਾਈਮ 'ਤੇ ਵੀ। ਇਹ ਵੀ ਤਾਂ ਇਹ ਉਸ ਟਾਈਮ 'ਤੇ ਫਿਰ ਬੇਰੀ ਦੇ ਰੋਗ ਨੂੰ ਠੀਕ ਕਰਨ ਵਾਸਤੇ ਵੀ ਇਹਨਾਂ ਨੇ ਜਿਹੜਾ ਹਰੀਆਂ ਸਬਜ਼ੀਆਂ ਔਰ ਪੱਤਿਆਂ ਦੀਆਂ ਸਬਜ਼ੀਆਂ ਦਾ ਇੱਕ ਸਹਾਰਾ ਲਿਆ, ਔਰ ਕਾਫੀ ਅੱਛੀ ਇੰਪਰੂਵਮੈਂਟ ਉਹਨਾਂ ਨੂੰ ਪੇਸ਼ੈਂਟ ਦੇ ਵਿੱਚ ਮਿਲੀ। ਤਾਂ B1 ਦੀ ਕਮੀ ਦੇ ਨਾਲ ਬੇਰੀ ਦਾ ਰੋਗ ਹੁੰਦਾ। ਦੈਨ ਵਿਟਾਮਿਨ B6 ਆ ਜਾਂਦਾ, ਜਿਹਦੀ ਕਮੀ ਨਾਲ ਬਾਡੀ ਐਨੀਮਿਕ ਹੋ ਜਾਂਦੀ ਹੈ, ਬਲੱਡ ਨਹੀਂ ਬਣਦਾ। B12 ਆ ਜਾਂਦਾ, ਜਿਹਦੀ ਕਮੀ ਨਾਲ ਬਾਡੀ 'ਚ ਪੀਲਾਪਨ ਵੱਧ ਜਾਂਦਾ ਹੈਗਾ, ਅੱਖਾਂ 'ਚ ਪੀਲਾਪਨ ਆ ਜਾਂਦਾ ਹੈਗਾ, ਲੀਵਰ ਡਿਸਆਰਡਰ ਹੋ ਜਾਂਦੇ ਨੇ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਠੀਕ ਹੈ। ਔਰ ਮਸਲ ਜਿਹੜੇ ਹੈਗੇ ਨੇ ਉਹ ਲੂਜ਼ ਹੋਣ ਲੱਗ ਪੈਂਦੇ ਨੇ B12 ਦੀ ਕਮੀ ਨਾਲ। ਔਰ B12 ਬਹੁਤ ਇਸੈਂਸ਼ੀਅਲ ਵਿਟਾਮਿਨਸ ਹੈ, ਜਿਹਦੀ ਕਮੀ ਨਾਲ ਹੀ ਇੱਕ ਕੁਪੋਸ਼ਣ ਬੋਲਿਆ ਜਾਂਦਾ ਹੈ, ਸ਼ਬਦ ਆ ਜਾਂਦਾ ਹੈ। ਅੱਛਾ, ਜਿਨ੍ਹਾਂ ਦੇ ਸਰੀਰ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਇਹਦੀ ਮਾਤਰਾ ਫੂਡ ਦੇ ਵਿੱਚ ਨਹੀਂ ਹੈਗੀ, ਤਾਂ ਉੱਥੇ ਬੱਚੇ ਅੱਜ ਵੀ ਕੁਪੋਸ਼ਣ ਦਾ ਸ਼ਿਕਾਰ ਨੇ, ਠੀਕ। ਦੈਨ ਆ ਜਾਂਦਾ ਵਿਟਾਮਿਨ C, ਜਿਹੜਾ ਸਾਡੀ ਇਮਿਊਨਿਟੀ ਨੂੰ ਬਰਕਰਾਰ ਰੱਖਦਾ ਹੈ, ਠੀਕ ਹੈ। ਸਾਡੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਜਿਹੜਾ ਕਿ ਵਧਾਉਂਦਾ ਹੈਗਾ। ਇਹਦਾ ਔਰ ਬਹੁਤ ਅੱਛਾ ਰੋਲ ਹੈਗਾ ਵਿਟਾਮਿਨ C ਦਾ। ਇਹ ਸਾਨੂੰ ਸੰਤਰੇ ਤੋਂ ਮਿਲ ਜਾਂਦਾ ਹੈਗਾ, ਇਹ ਸਾਨੂੰ ਨਿੰਬੂ ਦੇ ਵਿੱਚੋਂ ਮਿਲ ਜਾਂਦਾ ਹੈਗਾ, ਠੀਕ ਹੈ, ਠੀਕ। ਇਸ ਤੋਂ ਅੱਗੇ ਵਿਟਾਮਿਨ D ਆ ਗਿਆ ਸਨਲਾਈਟ ਤੋਂ। ਔਰ ਇਹ ਜਿੰਨੇ ਵੀ ਵਿਟਾਮਿਨਸ ਨੇ ਇਹਦੇ ਵਿੱਚ ਇੱਕ ਮਾਤਰ ਇਸ ਤਰ੍ਹਾਂ ਦਾ ਵਿਟਾਮਿਨ D ਹੈ ਜਿਹੜਾ ਹਾਰਮੋਨਸ ਵੀ ਵਿਟਾਮਿਨ ਬੋਲਿਆ ਜਾਂਦਾ, ਹਾਰਮੋਨਸ ਵਿਟਾਮਿਨ ਵੀ ਬੋਲਿਆ ਜਾਂਦਾ, ਕਿਉਂਕਿ ਵਿਟਾਮਿਨ D ਹੱਡੀਆਂ ਵਾਸਤੇ ਅੱਛਾ ਹੁੰਦਾ, ਲੇਕਿਨ ਇਹ ਹੱਡੀਆਂ ਦੇ ਅੰਦਰ ਇੱਕ ਫਾਈਬਰ ਕ੍ਰੀਏਟ ਕਰਦਾ, ਜਿਹੜਾ ਹੱਡੀਆਂ ਦੀ ਜਿਹੜੀ ਮਜ਼ਬੂਤੀ ਆ ਉਹਨੂੰ ਵਧਾਉਂਦਾ, ਔਰ ਉਹ ਫਾਈਬਰ ਹਾਰਮੋਨਸ ਦਾ ਪਾਰਟ ਹੈ, ਠੀਕ ਹੈ। ਜਿੰਨੇ ਵੀ ਵਿਟਾਮਿਨਸ ਨੇ ਇਹਨਾਂ ਦੇ ਵਿੱਚੋਂ ਵਿਟਾਮਿਨ D ਇੱਕ ਹਾਰਮੋਨਸ ਵਿਟਾਮਿਨ ਦੇ ਰੂਪ 'ਚ ਵੀ ਆਉਂਦਾ ਹੈਗਾ। ਵਿਟਾਮਿਨ K, ਵਿਟਾਮਿਨ ਜਿਹੜਾ K ਹੈਗਾ ਸਾਡੀ ਵੱਡੀ ਆਂਤ ਦੇ ਵਿੱਚ, ਕੋਲਨ ਦੇ ਵਿੱਚ ਤਿਆਰ ਹੁੰਦਾ, ਠੀਕ ਹੈ। ਔਰ ਇਹਦੇ ਜਿਹੜੇ ਕਿ ਰੋਲ ਕਾਫੀ ਅੱਛੇ ਨੇ ਬਾਡੀ ਦੇ ਉੱਤੇ। ਅੱਛਾ, ਇਹਦੀ ਜੇ ਕਮੀ ਹੋ ਜਾਂਦੀ ਹੈ ਤਾਂ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਠੀਕ। ਤਾਂ ਇਸ ਤਰ੍ਹਾਂ ਤਕਰੀਬਨ ਜਿੰਨੇ ਵੀ ਵਿਟਾਮਿਨ A, B, C, D, E ਔਰ K, ਜਿਵੇਂ E ਹੈ, E ਸਾਡੀ ਸਕਿਨ ਵਾਸਤੇ ਬਹੁਤ ਜ਼ਰੂਰੀ ਇਸੈਂਸ਼ੀਅਲ ਹੈਗਾ। ਇਹਦੇ ਸੋਰਸਿਸ ਔਰੇਂਜ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ ਵਿਟਾਮਿਨ E, ਬਹੁਤ ਸਾਰੇ ਤੇਲਾਂ ਦੇ ਵਿੱਚ ਵੀ ਪਾਇਆ ਜਾਂਦਾ, ਜਿਵੇਂ ਵਰਜਨ ਕੋਕੋਨਟ ਆਇਲ ਦੇ ਵਿੱਚ ਪਾਇਆ ਜਾਂਦਾ ਵਿਟਾਮਿਨ E। ਸੋ ਇਹ ਵਿਟਾਮਿਨ E ਆਈਜ਼ ਵਾਸਤੇ ਵੀ ਬਹੁਤ ਅੱਛਾ ਹੁੰਦਾ, ਸਕਿਨ ਵਾਸਤੇ ਵੀ ਅੱਛਾ। ਬਹੁਤ ਸਾਰੇ ਵਿਟਾਮਿਨਸ ਦਾ ਕੰਬੀਨੇਸ਼ਨ ਹੈ। ਅੱਛਾ, ਵਿਟਾਮਿਨਸ ਊਰਜਾ ਕੋਈ ਨਹੀਂ ਦਿੰਦੇ, ਬਟ ਇਹ ਊਰਜਾ ਨੂੰ ਜਿਹੜੇ ਚੀਜ਼ਾਂ ਊਰਜਾ ਦੇ ਵਿੱਚ ਪ੍ਰੋਡਿਊਸ ਕਰਦੀਆਂ ਨੇ, ਮੈਨੂਫੈਕਚਰ ਕਰਦੀਆਂ ਨੇ, ਉਹਦੀ ਸਪੋਰਟ ਬਹੁਤ ਵੱਡੇ ਅੱਛੇ ਲੈਵਲ 'ਤੇ ਕਰਦੇ ਨੇ ਵਿਟਾਮਿਨ। ਜਿਵੇਂ ਕਿ ਵਿਟਾਮਿਨ E ਔਰ C ਪਲੱਸ ਸੈਲੇਨੀਅਮ ਖਣਿਜ ਆ ਗਿਆ, ਉਹ ਵਿਟਾਮਿਨ ਨਹੀਂ ਹੈ। ਇਹ ਤਿੰਨੇ ਰਲ ਕੇ E, C ਅਤੇ ਸੈਲੇਨੀਅਮ ਇਹ ਸਕਿਨ ਦੇ ਪ੍ਰੋਟੈਕਟਰ ਨੇ। ਸਾਡੇ ਜਿਹੜੇ ਸਕਿਨ ਦੇ ਜਿਹੜੇ ਸੈੱਲਸ ਨੇ ਉਹਨਾਂ ਦੀ ਸ਼ੀਲਡ ਨੂੰ ਪ੍ਰੋਟੈਕਸ਼ਨ ਦਿੰਦੇ ਨੇ, ਤਾਂ ਜੋ ਸਕਿਨ ਦੀ ਇਮਿਊਨਿਟੀ ਬਣੀ ਰਹੇ, ਠੀਕ। ਤਾਂ ਆਪਸ ਹੁਣ ਜਿਸ ਤਰ੍ਹਾਂ ਕੈਲਸ਼ੀਅਮ ਆ ਜਾਂਦਾ, ਮੈਗਨੀਸ਼ੀਅਮ ਆ ਜਾਂਦਾ, ਠੀਕ ਹੈ, ਇਹ ਆਪਸ ਰਲ ਕੇ ਇੱਕ ਹੱਡੀ ਬੋਨ ਸੈੱਲ ਨੂੰ ਤਿਆਰ ਕਰਨ ਦੇ ਵਿੱਚ, ਇਸੇ ਤਰ੍ਹਾਂ ਕੰਬੀਨੇਸ਼ਨ ਨੇ ਸਾਰੀਆਂ ਚੀਜ਼ਾਂ ਦੇ। ਸੋ ਵਿਟਾਮਿਨਸ ਦਾ ਬਹੁਤ ਅੱਛਾ ਰੋਲ ਹੈ ਸਾਡੇ ਬਾਡੀ ਦੇ ਉੱਤੇ। ਇਸ ਕਰਕੇ ਸਾਨੂੰ ਆਪਣੇ ਖਾਣੇ ਦੇ ਵਿੱਚ ਮੋਸਟਲੀ ਇਹ ਜਿਹੜਾ ਸੋਰਸ ਹੈ ਉਹ ਹਰੀਆਂ ਸਬਜ਼ੀਆਂ, ਪੱਤੇ ਵਾਲੀਆਂ ਸਬਜ਼ੀਆਂ, ਫਲ ਔਰ ਤਾਜ਼ੀਆਂ ਸਬਜ਼ੀਆਂ ਦੇ ਵਿੱਚ ਇਹਨੂੰ ਅੱਛੀ ਮਾਤਰਾ ਦੇ ਵਿੱਚ ਆਪਾਂ ਲੈ ਸਕਦੇ ਹਾਂ ਰੈਗੂਲਰ। ਇਸੇ ਕਰਕੇ ਕਹਿੰਦੇ ਨਾ ਕਿ ਲਿਵਿੰਗ ਫੂਡ ਸਾਨੂੰ ਖਾਣਾ ਚਾਹੀਦਾ। ਲਿਵਿੰਗ ਫੂਡ ਦਾ ਮਤਲਬ ਹੁੰਦਾ ਕਿ ਮੰਨ ਲਓ ਜੇ ਤੁਹਾਡਾ ਆਪਣਾ ਗਾਰਡਨ ਆ, ਆਪਦੀ ਤੁਸੀਂ ਸਬਜ਼ੀ ਬੀਜ ਰਹੇ ਹੋ, ਆਰਗੈਨਿਕ ਕਰ ਰਹੇ ਹੋ ਖੇਤੀ, ਤਾਂ ਉਸ ਚੀਜ਼ ਨੂੰ ਤੁਸੀਂ ਤੋੜਿਆ, ਉੱਥੇ ਬਹਿ ਕੇ ਖਾ ਲਿਆ। ਪਹਿਲਾਂ ਹੁੰਦਾ ਸੀ ਲੋਕ ਖੇਤਾਂ ਜਾਂਦੇ ਸੀ, ਸ਼ਲਗਮ ਪੱਟਿਆ, ਸਾਫ਼ ਕੀਤਾ, ਧੋਤਾ, ਖਾ ਲਿਆ, ਮੂਲੀ ਪੱਟੀ, ਖਾ ਲਈ। ਅੱਜ ਲਿਵਿੰਗ ਫੂਡ ਕਿੱਥੇ ਹੈਗਾ? ਜਿਹੜਾ ਖੀਰਾ ਸੀ ਜਿਹਨੂੰ ਅਸੀਂ ਸੈਲਡ ਦੇ ਰੂਪ 'ਚ ਕਹਿੰਦੇ ਹੈਗੇ ਆ, ਉਹ ਖੀਰਾ 20 ਦਿਨ ਪਹਿਲਾਂ ਤੋੜਿਆ ਹੋਇਆ, ਮਹੀਨਾ ਪਹਿਲਾਂ ਤੋੜਿਆ ਹੈਗਾ, ਆਪਾਂ ਨੂੰ ਕੋਈ ਆਈਡੀਆ ਨਹੀਂ ਹੈਗਾ। ਸੋ ਲਿਵਿੰਗ ਫੂਡ ਨਹੀਂ ਹੈਗਾ ਸਾਡੇ ਕੋਲ। ਸੋ ਲਿਵਿੰਗ ਫੂਡ ਜਿੰਨੇ ਸਾਡੇ ਕੋਲ ਹਰੀਆਂ ਸਬਜ਼ੀਆਂ, ਪੱਤੇ ਵਾਲੀਆਂ ਸਬਜ਼ੀਆਂ, ਸੈਲਡ ਵਗੈਰਾ ਦੀ, ਇਸੇ ਕਰਕੇ ਤਾਂ ਜਿਵੇਂ DIP ਡਾਈਟ ਫੋਲੋ ਕਰਵਾਈ ਜਾਂਦੀ ਉਹਦੇ ਸੈਲਡ, ਤਾਂ ਉਹਦੇ 'ਚ ਸਾਰੇ ਵਿਟਾਮਿਨਸ ਦੀ ਮਾਤਰਾ ਭਰਪੂਰ ਹੋ ਜਾਂਦੀ ਹੈ। ਅਤੇ ਨਾਲ ਜੇ ਮਿਨਰਲਸ ਖਣਿਜ ਵੀ ਬਾਡੀ ਨੂੰ ਦਿੱਤੇ ਜਾਣ ਤਾਂ ਦੋਨਾਂ ਦਾ ਕੰਬੀਨੇਸ਼ਨ ਇੱਕ ਸਟਰੋਂਗ ਰੋਲ ਅਦਾ ਕਰਦਾ ਹੈਗਾ ਸਾਡੀ ਬਾਡੀ ਦੇ। ਡਾਕਟਰ ਸਾਹਿਬ, ਇਹ ਤਾਂ ਤੁਸੀਂ ਦੱਸਤਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਵਿਟਾਮਿਨ ਕੀ ਚੀਜ਼ ਨੇ, ਵਿਟਾਮਿਨ ਦਾ ਬਾਡੀ ਦੇ ਅੰਦਰ ਕੀ ਕੰਮ ਹੈਗਾ, ਬਾਡੀ ਦੇ ਇਹ ਵਿਟਾਮਿਨਸ ਕਿੱਥੋਂ ਲੈਂਦੀ ਹੈ, ਅਤੇ ਜੇ ਇਹਨਾਂ ਦੀ ਕਮੀ ਹੋ ਜਾਵੇ ਤਾਂ ਸਾਨੂੰ ਕਿਹੜੇ ਕਿਹੜੇ ਰੋਗ ਹੋ ਸਕਦੇ ਨੇ, ਕਿਹੜੇ ਕਿਹੜੇ ਬਾਡੀ ਦੇ ਪਾਰਟ ਲਈ ਕਿਹੜੇ ਕਿਹੜੇ ਵਿਟਾਮਿਨ ਜਿਹੜੇ ਜ਼ਰੂਰੀ ਨੇ।
ਪਰ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਵਿਟਾਮਿਨਸ ਦੀ ਕਮੀ ਹੁੰਦੀ ਹੈ ਉਦੋਂ ਆਮ ਇਨਸਾਨ ਨੂੰ ਤਾਂ ਇਸ ਚੀਜ਼ ਦੀ ਪਹਿਚਾਣ ਨਹੀਂ ਹੁੰਦੀ। ਜਿਸ ਤਰ੍ਹਾਂ ਤੁਸੀਂ ਅਕਸਰ ਵੀਡੀਓ ਦੇ ਵਿੱਚ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਲੋਕ ਦੱਸ ਤਾਂ ਦਿੰਦੇ ਨੇ ਵੀ ਕਿਹੜੇ ਕਾੜੇ ਪੀਣੇ ਨੇ, ਪਰ ਉਹ ਇੰਨੇ ਪੱਤੇ ਕਿੱਥੋਂ ਲਿਆਉਣ, ਇੰਨੇ ਉਹ ਕਿੱਥੋਂ ਲਿਆਉਣ, ਜਿਹੜਾ ਮਟੀਰੀਅਲ ਕਿੱਥੋਂ ਲਿਆਉਣ ਜਿਹਦਾ ਉਹ ਕਾੜਾ ਬਣਾ ਕੇ 10-10 ਪੱਤੇ ਕਿੱਥੋਂ ਲੱਭਦੇ ਫਿਰਨ। ਅਤੇ ਉਹਦੇ ਫਾਰਮ ਦੇ ਵਿੱਚ ਸਾਨੂੰ ਜਿਹੜਾ ਉਹ ਚੀਜ਼ਾਂ ਵਿਟਾਮਿਨਸ ਜਿਹੜੀਆਂ ਨੇ ਉਹ ਜਿਹੜੇ ਆਪਾਂ ਨੇ ਤੁਸੀਂ ਮਰਿੰਗਾ ਦੀ ਗੱਲ ਕੀਤੀ ਸੀ ਤਾਂ ਉਹ ਇੱਕ ਪਾਊਡਰ ਦੀ ਸ਼ਕਲ ਦੇ ਵਿੱਚ ਆਪਾਂ ਦੀ ਗੱਲ ਕੀਤੀ ਸੀ। ਇਸੇ ਤਰ੍ਹਾਂ ਹੁਣ ਵਿਟਾਮਿਨ ਹੈ, ਵਿਟਾਮਿਨ ਆਪਾਂ ਦੱਸ ਤਾਂ ਦਿੱਤੇ ਵੀ ਵਿਟਾਮਿਨ ਦੇ ਫਲਾਣੀ ਜਗ੍ਹਾ ਤੋਂ ਢਮਕਾਣੀ, ਆਮ ਬੰਦੇ ਨੂੰ ਇਹ ਯਾਦ ਨਹੀਂ ਰਹਿੰਦਾ ਵੀ ਕਿਹੜੀ ਚੀਜ਼ ਵਿਟਾਮਿਨ ਜਿਹੜੀ ਆ ਉਹ ਕਿਹਦੇ 'ਚ ਮਿਲੇਗੀ ਆਪਾਂ ਨੂੰ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਉਹਦੀ ਕਮੀ ਜਿਹੜੀ ਪੂਰੀ ਕਰਨ ਲਈ ਫਿਰ ਉਹ ਐਲੋਪੈਥੀ ਵਾਲੇ ਪਾਸੇ ਜਾਂਦੇ ਨੇ। ਐਲੋਪੈਥੀ ਦੇ ਵਿੱਚ ਕੈਮੀਕਲ ਜਿਹੜੇ ਪ੍ਰੋਡਕਟ ਹੈਗੇ ਨੇ ਜਿਹੜੇ ਕਿ ਵਿਟਾਮਿਨਸ ਜਿਹੜੇ ਕੈਪਸੂਲ ਗੋਲੀਆਂ ਦੀ ਸ਼ਕਲ ਦੇ ਵਿੱਚ ਜਿਹੜੇ ਉਹ ਆਪਾਂ ਨੂੰ ਮਿਲਦੇ ਹੈਗੇ ਨੇ। ਕਿੰਨੇ ਕੁ ਕਾਰਗਰ ਸਮਝਦੇ ਹੋ ਤੁਸੀਂ ਇਹਨਾਂ ਨੂੰ, ਅਤੇ ਜੇਕਰ ਇੱਕ ਕਾਰਗਰ ਹੈ ਨੇ, ਪਹਿਲਾਂ ਤਾਂ ਆਪਾਂ ਨੂੰ ਇਹ ਦੱਸੋ ਵੀ ਕਿੰਨੇ ਕੁ ਕਾਰਗਰ ਨੇ ਵਿਟਾਮਿਨਸ ਜਿਹੜੇ ਵਿਟਾਮਿਨਸ ਦੇ ਜਿਹੜੇ ਕੈਪਸੂਲ ਜਾਂ ਗੋਲੀਆਂ ਆਪਾਂ ਖਾਂਦੇ ਹਾਂ? ਨਹੀਂ, ਉਹ ਜਿਹੜੀ ਚੀਜ਼ ਫਾਰਮੂਲੇਟ ਕਰਕੇ ਅਸੀਂ ਲੈਂਦੇ ਉਹ ਕਦੀ ਵੀ ਬੋਡੀ ਲਈ ਆਇਨਿਕ ਫਾਰਮ 'ਚ ਨਹੀਂ ਹੁੰਦੀ, ਜਿਹਦੇ ਕਰਕੇ ਉਹ ਬੋਡੀ ਨੂੰ ਐਕਸੈਪਟ ਨਹੀਂ ਕਰਦੀ, ਬੋਡੀ ਵੇਸਟੇਜ ਜ਼ਿਆਦਾ ਕਰਦੀ। ਫਿਰ ਉਹਦਾ ਉਹ ਜਿਹੜੀ ਚੀਜ਼ ਵੇਸਟੇਜ ਕਰਦੀ ਹੈ ਫਿਰ ਬੋਡੀ ਉਹਦੇ ਕਿਸੇ ਸਟੋਨ ਬਣ ਜਾਣਾ, ਕਿਸੇ ਸਿਸਟ ਬਣ ਜਾਣਾ, ਡੈਡ ਟਿਸ਼ੂ, ਡੈਡ ਸੈੱਲ, ਇਹਦੀ ਮਾਤਰਾ ਬੋਡੀ 'ਚ ਜ਼ਿਆਦਾ ਹੋ ਜਾਂਦੀ ਹੈ। ਔਰ ਬੋਡੀ ਨੂੰ ਓਵਰਵਰਕ ਕਰਨਾ ਪੈਂਦਾ ਫਿਰ ਡੀਟੌਕਸੀਫਾਈ ਕਰਨ ਲਈ, ਗੰਦਗੀ ਨੂੰ ਕੱਢਣ ਲਈ, ਕਿਉਂਕਿ ਉਹ ਨੈਚੁਰਲ ਨਹੀਂ ਨਾ ਹੈ। ਬੋਡੀ ਨੈਚੁਰਲੀ ਬਣੀ, ਇਹਦਾ ਸੁਭਾਅ ਬੜਾ ਸਿੰਪਲ ਹੈ। ਇਹ ਸਰੀਰ ਜਿੰਨਾ ਕੰਪਲੀਕੇਟ ਕਰਕੇ ਸਮਝਾਇਆ ਜਾਂਦਾ ਨਾ ਉਹਨਾਂ ਕੰਪਲੀਕੇਟਡ ਨਹੀਂ ਹੈ, ਸਿੰਪਲ ਹੈ। ਠੀਕ ਹੈ, ਇੱਕ ਚੀਜ਼ ਅੱਛਾ ਕਿਸ ਤਰ੍ਹਾਂ ਸਿੰਪਲ ਹੈ ਇਹਨੂੰ ਬੜਾ ਸਪਸ਼ਟ ਸਮਝ ਲਓ। ਤੁਸੀਂ ਪੈਟਰੋਲ ਗੱਡੀ ਲੈ ਕੇ ਆਏ ਹੋ, ਹੁਣ ਤੁਸੀਂ ਜਦੋਂ ਪੈਟਰੋਲ ਪੰਪ 'ਤੇ ਲੈ ਕੇ ਜਾਂਦੇ ਹੋ ਨਾ ਅਤੇ ਅੰਦਰੋਂ ਆਵਾਜ਼ ਦਿੰਦੇ ਹੋ ਭਾਈ ਸਾਹਿਬ ਪੈਟਰੋਲ, ਇਹ ਨਹੀਂ ਕਹਿੰਦੇ ਤੇਲ, ਗੈਟਿੰਗ ਵੀ ਤੇਲ ਪਾ ਦੇ, ਇਹ ਨਹੀਂ ਕਹਿੰਦੇ ਫਿਊਲ ਪਾ ਦੇ, ਉਹ ਬੋਲਦੇ ਭਾਈ ਸਾਹਿਬ ਪੈਟਰੋਲ, ਵੀ ਤੇ ਡੀਜ਼ਲ ਨਾ ਪਾ ਦੇਵੇ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਇਹਦਾ ਜਿਹੜਾ ਸਹੀ ਜਿਹੜਾ ਫਿਊਲ ਹੈ, ਇਹਦੀ ਖੁਰਾਕ ਆ ਉਹ ਪੈਟਰੋਲ ਹੈ, ਡੀਜ਼ਲ ਨਹੀਂ ਗਾ। ਉਸੇ ਤਰ੍ਹਾਂ ਹੀ ਸਿੰਪਲ ਆ ਬੋਡੀ, ਇਹ ਨੈਚੁਰਲ ਹੈ। ਠੀਕ ਹੈ, ਤਾਂ ਅੱਛਾ ਇਹਨੂੰ ਜਦੋਂ ਜੇ ਨੈਚੁਰਲ ਹੈ ਨਾ ਤਾਂ ਇੱਥੇ ਸਾਨੂੰ ਕਹਿਣਾ ਬਣਦਾ ਸੀ ਭਾਈ ਸਾਹਿਬ ਨੈਚੁਰਲੀ ਕੈਮੀਕਲ ਨਾ ਪਾ ਦੀ, ਉਹ ਨਹੀਂ ਕਿਹਾ ਕਿਸੇ ਨੇ। ਅਸੀਂ ਸਿਰਫ ਖਾਣਾ ਹੀ ਜ਼ਰੂਰੀ ਸਮਝਿਆ, ਤੇਲ ਪਾਉਣਾ ਜ਼ਰੂਰੀ ਸਮਝਿਆ, ਉਹਦੀ ਜਿਹੜੀ ਰਿਕੁਆਇਰਮੈਂਟ ਹੈ, ਜੋ ਉਹਦੀ ਜ਼ਰੂਰਤ ਹੈ ਜਿਹੜੀ ਫਾਰਮ ਦੀ, ਉਹ ਨਹੀਂ ਅਸੀਂ ਦੱਸਣੀ ਅਤੇ ਸਮਝਣੀ ਜ਼ਰੂਰੀ ਸਮਝੀ। ਸਿੱਧਾ ਕਹਿ ਦਿੱਤਾ ਜੀ ਖਾਣਾ ਹੈ ਕੈਮੀਕਲ ਕਿ ਨੈਚੁਰਲ, ਇਹ ਨਹੀਂ ਦੱਸ ਪਾਏ ਅਸੀਂ। ਦਿਸ ਇਜ਼ ਦਾ ਰੀਜ਼ਨ ਕਿ ਬਿਮਾਰੀਆਂ ਜ਼ਿਆਦਾ ਨੇ। ਔਰ ਤੰਦਰੁਸਤੀ ਕਦੀ ਵੀ ਕਿਸੇ ਕੈਪਸੂਲ, ਗੋਲੀ ਔਰ ਟੈਬਲੇਟ ਦੇ ਫਾਰਮ ਦੇ ਵਿੱਚ ਨਹੀਂ ਹੁੰਦੀ। ਤੰਦਰੁਸਤੀ ਗਿਆਨ ਤੋਂ ਸ਼ੁਰੂ ਹੁੰਦੀ ਹੈ ਔਰ ਨੈਚੁਰਲ ਜੀਵਨ ਔਰ ਸਾਦੇ ਜੀਵਨ ਦੇ ਵਿੱਚ ਹੀ ਇਹ ਹਮੇਸ਼ਾ ਰਹਿੰਦੀ ਹੈ। ਜ਼ਿਆਦਾ ਆਰਟੀਫਿਸ਼ੀਅਲ ਲਾਈਫ ਦੇ ਵਿੱਚ ਕਦੀ ਵੀ ਤੁਸੀਂ ਲੋਕ ਤੰਦਰੁਸਤ ਨਹੀਂ ਦੇਖੋਗੇ। ਠੀਕ ਹੈ, ਇਸ ਕਰਕੇ ਜਿੰਨੀਆਂ ਵੀ ਕੋਈ ਡੱਬਾਬੰਦ ਚੀਜ਼ਾਂ ਨੇ ਜਾਂ ਫਾਰਮੂਲੇਟਡ ਚੀਜ਼ਾਂ ਨੇ ਜਾਂ ਇੰਡਸਟਰੀਅਲ ਜਿਹੜੇ ਫੂਡ ਨੇ, ਉਹ ਕਦੀ ਵੀ ਬੋਡੀ ਨੂੰ ਤੰਦਰੁਸਤੀ ਨਹੀਂ ਦਿੰਦੇ। ਸਵਾਦ ਦੇ ਸਕਦੇ ਨੇ, ਤੰਦਰੁਸਤੀ ਨਹੀਂ ਦੇ ਸਕਦੇ। ਸੋ ਸੇਮ ਉਸੇ ਤਰ੍ਹਾਂ ਵਿਟਾਮਿਨਸ ਵੀ ਜਿਹੜੇ ਫਾਰਮੂਲੇਟਡ ਨੇ, ਅੱਛਾ ਉਹਦੇ ਵਿੱਚ ਵੀ ਬਹੁਤ ਸਾਰਾ ਇਸ ਤਰ੍ਹਾਂ ਦਾ ਹੁੰਦਾ, ਰੋਂਗ ਕੰਬੀਨੇਸ਼ਨ ਚੱਲ ਰਹੇ ਹੁੰਦੇ ਨੇ। ਠੀਕ ਹੈ ਨਾ, ਕਿ ਬਹੁਤ ਸਾਰੇ ਵਿਟਾਮਿਨਸ ਔਰ ਮਿਨਰਲਸ ਇਸ ਤਰ੍ਹਾਂ ਇਕੱਠੇ ਰॉ ਮਟੀਰੀਅਲ ਪਾਇਆ ਹੁੰਦਾ ਉਹਨਾਂ ਦਾ ਕਿ ਬੋਡੀ ਦੇ ਲਈ ਉਹਨੂੰ ਡਾਈਜੈਸਟ ਕਰ ਪਾਉਣਾ ਈਜ਼ੀ ਨਹੀਂ ਹੁੰਦਾ। ਤਾਂ ਉਹ ਚੀਜ਼ਾਂ ਰੋਂਗ ਹੁੰਦੀਆਂ ਨੇ। ਇਸੇ ਕਰਕੇ ਵਿਟਾਮਿਨਸ ਦੇ ਸੋਰਸ ਜਿੰਨੇ ਨੈਚੁਰਲ ਹੋਣਗੇ ਤੁਹਾਡੀ ਲਾਈਫ ਦੇ ਲਈ ਉਨੀ ਵਧੀਆ ਅੱਛੀ ਡਾਈਟ ਹੋਏਗੀ ਔਰ ਸਰੀਰ ਨੂੰ ਦੀ ਜਿਹੜੀ ਪੂਰਤੀ ਉਨੀ ਵਧੀਆ ਤਰੀਕੇ ਨਾਲ ਹੋਏਗੀ। ਔਰ ਬਹੁਤ ਸਾਰੇ ਰੋਗ ਅੱਜ ਡਾਈਟਰੀ ਪ੍ਰੋਬਲਮ ਦੀ ਵਜ੍ਹਾ ਨਾਲ ਹੈ, ਸਾਡਾ ਫੂਡ ਨਾ ਜ਼ਿਆਦਾ ਨੈਚੁਰਲ ਹੋਣਾ ਉਹਦੀ ਵਜ੍ਹਾ ਨਾਲ ਹੈਗੇ ਆ। ਪਰ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਆਪਾਂ ਨੂੰ ਜਿਹੜਾ ਕੈਮੀਕਲ ਰੂਪ ਦੇ ਵਿੱਚ ਜਿਹੜੇ ਆਪਾਂ ਨੂੰ ਵਿਟਾਮਿਨਸ ਮਿਲਦੇ ਨੇ ਉਹ ਬੋਡੀ ਐਕਸੈਪਟ ਨਹੀਂ ਕਰਦੀ। ਉਹ ਬੋਡੀ ਟੌਕਸਿਨਸ ਨੂੰ ਜਿਹੜਾ ਉਹ ਡੀਟੌਕਸੀਫਾਈਡ ਕਰਨ ਦੀ ਕੋਸ਼ਿਸ਼ ਦੇ ਵਿੱਚ ਉਹਨੂੰ ਇੱਧਰ ਉੱਧਰ ਧੱਕ ਦਿੰਦੀ ਹੈ ਅਤੇ ਉਹ ਫਿਰ ਕੱਲ੍ਹ ਨੂੰ ਜਿਹੜਾ ਉਹ ਸਰੀਰ ਬਿਮਾਰ ਹੁੰਦਾ। ਸਵਾਲ ਹੁਣ ਇੱਥੇ ਫਿਰ ਪੈਦਾ ਹੁੰਦਾ ਕਿ ਇਨਸਾਨ ਨੂੰ ਆਪਾਂ ਦੱਸ ਤਾਂ ਦਿੰਦੇ ਹਾਂ, ਸੁਣਨ ਵਾਲਿਆਂ ਨੂੰ ਆਪਾਂ ਦੱਸ ਤਾਂ ਦਿੰਦੇ ਹਾਂ ਵੀ ਆਹ ਵਿਟਾਮਿਨ ਦੀ ਕਮੀ ਨਾਲ ਆਹ ਬਿਮਾਰੀ ਹੋਏਗੀ, ਆਹ ਵਿਟਾਮਿਨ ਜਿਹੜਾ ਇਹ ਇਸ ਕੰਮ ਵਾਸਤੇ ਹੋਏਗਾ, ਪਰ ਉਹ ਵਿਟਾਮਿਨ ਲੱਭਣ ਕਿੱਥੋਂ ਜਾਵੇ? ਪੰਗਾ ਇਹ ਹੈ ਵੀ ਕੈਮੀਕਲ ਵਿਟਾਮਿਨ ਜਿਹੜੇ ਸਾਨੂੰ ਜਿਹੜੇ ਉਹ ਖਰਾਬ ਕਰਦੇ ਨੇ। ਦੂਜੇ ਵਿਟਾਮਿਨ ਦੀ ਸਾਨੂੰ ਪਤਾ ਕੋਈ ਨਹੀਂ ਵੀ ਕਿਹੜਾ ਵਿਟਾਮਿਨ ਦੇ ਕਿਹੜੀ ਚੀਜ਼ ਤੋਂ ਸਾਨੂੰ ਕਿਹੜਾ ਵਿਟਾਮਿਨ ਮਿਲੇਗਾ। ਮੰਨ ਲਓ ਆਪਾਂ ਕੈਲਸ਼ੀਅਮ ਹੈ, ਕੈਲਸ਼ੀਅਮ ਆਪਣੇ ਸਰੀਰ ਦੇ ਵਿੱਚ ਜੇ ਵੱਧ ਵੀ ਜਾਵੇ ਤਾਂ ਉਹ ਵੀ ਖਰਾਬ ਕਰਦਾ।
ਤੇ ਕੈਲਸ਼ੀਅਮ ਆਪਾਂ ਪਤਾ ਆਪਾਂ ਨੂੰ ਹੈ ਨਹੀਂ, ਆਪਾਂ ਖਾ ਰਹੇ ਹਾਂ ਐਸੀ ਚੀਜ਼ ਜਿਹਦੇ 'ਚੋਂ ਕੈਲਸ਼ੀਅਮ ਵੱਧ ਮਿਲਣਾ ਹੈ, ਸੋਚ ਕੇ ਇਹ ਖਾ ਰਹੇ ਹਾਂ ਕਿ ਸਾਨੂੰ ਵਿਟਾਮਿਨ B ਮਿਲੇਗਾ, B1 ਮਿਲੇਗਾ, ਉਹਦੇ 'ਚ ਹੈਗਾ ਕੈਲਸ਼ੀਅਮ ਵੱਧ, ਆਪਾਂ ਉਹ ਖਾ ਗਏ ਤੇ ਉਲਟਾ ਜਿਹੜਾ ਬੋਡੀ ਦੇ ਵਿੱਚ ਗੜਬੜ ਪੈਦਾ ਕਰ ਲਈ। ਪ੍ਰੋਟੀਨ ਹੈ, ਪ੍ਰੋਟੀਨ ਆਪਾਂ ਵੱਧ ਖਾ ਗਏ, ਪ੍ਰੋਟੀਨ ਆਪਾਂ ਨੂੰ ਲੋੜ ਨਹੀਂ ਹੈਗੀ, ਯੂਰਿਕ ਐਸਿਡ ਵਧਾ ਬੈਠੇ। ਸੋ ਇਹ ਚੀਜ਼ਾਂ ਦੀ ਪਛਾਣ ਕਿਵੇਂ ਹੋਈ? ਦੇਖੋ, ਪਹਿਲੀ ਚੀਜ਼ ਜਿਹੜੀ ਚੀਜ਼ ਨੈਚੁਰਲ ਹੁੰਦੀ ਹੈ ਨਾ, ਉਹਨੂੰ ਜਿੰਨਾ ਵੀ ਐਕਸੈਸ ਮਾਤਰਾ 'ਚ ਲੈ ਲੋਗੇ ਕਦੀ ਸਾਈਡ ਇਫੈਕਟ ਨਹੀਂ ਕਰਦੀ। ਸਭ ਪ੍ਰੋਟੀਨ ਜੇ ਆਪਾਂ ਐਕਸੈਸ ਮਾਤਰਾ 'ਚ ਲੈ ਲਾਂਗੇ ਤੇ ਉਹ ਜੇ ਕੋਈ ਬੰਦਾ ਬਿਮਾਰ ਹੈ ਤਾਂ ਉਹ ਯੂਰਿਕ ਐਸਿਡ ਦਾ ਵਧੇਗਾ। ਪਹਿਲੀ ਤਾਂ ਚੀਜ਼ ਹੈ ਨਾ, ਪ੍ਰੋਟੀਨ ਬਿਮਾਰ ਕਦੀ ਵੀ ਨਹੀਂ, ਉਹਨੂੰ ਡਾਈਜੈਸਟ ਹੀ ਨਹੀਂ ਕਰ ਪਾਏਗਾ ਜੇ ਤੋਂ ਬਿਮਾਰ ਹੈ। ਤੇ ਜੇ ਹੈਲਦੀ ਹੈ ਤਾਂ ਉਹ ਨਾਲ ਉਹਨੂੰ ਜਿਹੜਾ ਹਾਰਡ ਵਰਕ ਕਰੇਗਾ ਉਹ ਬੋਡੀ ਆਪਣੇ ਆਪ ਡਾਈਜੈਸਟ ਕਰਦੀ ਹੈਗੀ ਆ, ਠੀਕ ਆ। ਔਰ ਹਾਂ, ਦੂਸਰੀ ਚੀਜ਼ ਦੇ ਵਿੱਚ ਇਹ ਹੁੰਦਾ ਹੈ ਕਿ ਅਨਨੈਚੁਰਲ ਕਿਸੇ ਵੀ ਚੀਜ਼ ਨੂੰ ਤੁਸੀਂ ਐਕਸੈਸ ਮਾਤਰਾ 'ਚ ਲਓਗੇ ਤਾਂ ਉਹਦੇ ਲਈ ਸਾਨੂੰ ਕੁਆਂਟੀਟੀ ਉਹਦੀ ਫਿਕਸ ਕਰਨੀ ਪੈਂਦੀ ਹੈ ਕਿ ਇੰਨੀ ਮਾਤਰਾ 'ਚ ਉਹਨੂੰ ਵੱਧ ਆਪਾਂ ਨਹੀਂ ਲੈ ਸਕਦੇ ਹੈਗੇ। ਹੁਣ ਦੂਸਰੀ ਚੀਜ਼ ਇਹ ਹੈਗੀ ਕਿ ਜਿਹੜੇ ਨੈਚੁਰਲ ਅਤੇ ਅਨਨੈਚੁਰਲ ਇਹ ਦੋ ਸ਼ਬਦ ਆਪਾਂ ਵਾਰ-ਵਾਰ ਯੂਜ਼ ਕਰ ਰਹੇ ਹੈਗੇ ਆ, ਔਰ ਇਹਦੇ ਵਿੱਚ ਮੇਜਰ ਚੀਜ਼ ਇਹ ਹੈਗੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀ ਆਪਾਂ ਨੈਚੁਰਲ ਚੀਜ਼ ਲੈਂਦੇ ਜ਼ਿਆਦਾ ਮਾਤਰਾ ਦੇ ਵਿੱਚ, ਉਹ ਬੋਡੀ ਨੂੰ ਕਦੀ ਰੋਗ ਵੱਲ ਨਹੀਂ ਧੱਕਦੀ, ਠੀਕ ਹੈ। ਮੰਨ ਲਓ ਤੁਹਾਨੂੰ 3 ਰੋਟੀਆਂ ਦੀ ਭੁੱਖ ਹੈ, ਤੁਸੀਂ 4 ਖਾ ਲਈਆਂ, 4 ਖਾਣ ਨਾਲ ਆਪਣੀ ਬੋਡੀ ਨੂੰ ਕੈਂਸਰ ਨਹੀਂ ਹੋਣ ਲੱਗਾ। ਸਿੰਪਟਮ ਆਏਗਾ ਕਿ ਤੁਹਾਨੂੰ ਨੀਂਦ ਆਏਗੀ ਜ਼ਿਆਦਾ, ਤੁਹਾਡਾ ਬੋਡੀ ਡਿਜ਼ੀਨੈਸ ਵਧੇਗੀ, ਆਕਸੀਜਨ ਲੈਵਲ ਘਟੇਗਾ, ਐਸਿਡਿਕ, ਠੀਕ ਹੈ। ਤਾਂ ਉੱਥੋਂ ਤੁਹਾਨੂੰ ਇਹ ਪਤਾ ਲੱਗੇਗਾ ਕੱਲ੍ਹ ਨੂੰ 4 ਨਹੀਂ ਖਾਣੀਆਂ, ਠੀਕ ਹੈ। ਪਰ ਜਿਹੜੀਆਂ ਅਨਨੈਚੁਰਲ ਚੀਜ਼ਾਂ ਨੇ ਉਹ ਜੇ ਤੁਸੀਂ ਫਸਟ ਡੋਜ਼ 'ਚ ਐਕਸੈਸ ਲੈ ਗਏ ਤਾਂ ਉਹਨੇ ਸੇਮ ਡੇ ਤੁਹਾਨੂੰ ਉਸ ਤਰ੍ਹਾਂ ਦਾ ਕੋਈ ਰਿਜ਼ਲਟ ਦੇ ਦੇਣਾ ਹੈਗਾ, ਠੀਕ ਹੈ। ਡੈਮੇਜ ਇਸ ਤਰ੍ਹਾਂ ਦਾ ਕ੍ਰੀਏਟ ਕਰ ਦੇਣਾ ਹੈਗਾ ਕਿ ਲੀਵਰ ਡੈਮੇਜ ਹੋ ਜਾਣਾ, BP ਦਾ ਵੱਧ ਜਾਣਾ, ਕਿਡਨੀ ਦਾ ਫੇਲੀਅਰ ਹੋ ਜਾਣਾ। ਇਹ ਚੀਜ਼ਾਂ ਕੁਛ ਹੀ ਦਿਨਾਂ 'ਚ ਬਣਾ ਜਾਂਦੀਆਂ ਨੇ ਉਹ ਚੀਜ਼ਾਂ। ਇਸ ਕਰਕੇ ਨੈਚੁਰਲ ਚੀਜ਼ ਨੂੰ ਜੇ ਤੁਸੀਂ ਇਨਟੇਕ ਕਰ ਰਹੇ ਹੋ ਤਾਂ ਉਹਦੇ ਸਾਈਡ ਇਫੈਕਟ ਬਿਲਕੁਲ ਨਹੀਂ ਹੁੰਦੇ। ਹਾਂ, ਦੂਸਰੀ ਗੱਲ ਕਿ ਉਹ ਲੈਣੇ ਕਿੱਥੋਂ ਹੈਗੇ, ਇਹਦੇ ਬੜੇ ਸਿੰਪਲ ਜਿਹੇ ਸੋਰਸ ਨੇ, ਸਬਜ਼ੀਆਂ, ਸਲਾਦ, ਫਰੂਟਸ, ਠੀਕ ਹੈ, ਔਰ ਦੁੱਧ, ਠੀਕ ਹੈ, ਜਿਹੜਾ ਡੇਰੀ ਪ੍ਰੋਡਕਟ ਹੈਗਾ। ਇਹਨਾਂ ਦੇ ਵਿੱਚ ਇਹ ਕੰਪਲੀਟ ਜਿੰਨੇ ਵੀ A ਤੋਂ ਲੈ ਕੇ K ਤੱਕ ਸਾਰੇ ਹੀ ਤਰ੍ਹਾਂ ਦੇ ਵਿਟਾਮਿਨਸ ਬੋਡੀ ਲੈ ਲੈਂਦੀ ਹੈ। ਹੁਣ ਦੁੱਧ ਦੀ ਗੱਲ ਆ ਜਾਏਗੀ ਤਾਂ ਅਗਲਾ ਕੁਐਸਚਨ ਤੁਹਾਡਾ ਇਹ ਵੀ ਹੋਏਗਾ ਕਿ ਤੁਸੀਂ ਤਾਂ ਦੁੱਧ ਬੰਦ ਕਰਵਾਉਂਦੇ ਹੋ, ਠੀਕ ਹੈ। ਤਾਂ ਦੁੱਧ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਸੀਂ ਅਕਸਰ ਦੇਸੀ ਗਾਂ ਨੂੰ ਦੁੱਧ ਨੂੰ ਰਿਕਮੈਂਡ ਕਰਦੇ ਹਾਂ, ਵਿਲੈਤਨ ਗਾਵਾਂ ਦੇ ਦੁੱਧ ਨੂੰ ਅਸੀਂ ਰਿਕਮੈਂਡ ਨਹੀਂ ਕਰਦੇ, ਕਿਉਂਕਿ ਵਿਲੈਤਨ ਗਾਵਾਂ ਦਾ ਜਿਹੜੀ ਦੁੱਧ ਦੀ ਕੁਆਲਿਟੀ ਆ ਉਹ ਏਸ਼ੀਅਨ ਬੋਡੀ ਦੇ ਲਈ ਨਹੀਂ ਹੈ। ਉਹਦੇ 'ਚ ਆਲਰੇਡੀ ਬੋਡੀ ਦੇ ਅੰਦਰ ਜਾ ਕੇ ਇੱਕ ਟੌਕਸਿਨ ਦੇ ਰੂਪ ਦੇ ਵਿੱਚ ਹੀ ਉਹ ਕੰਮ ਕਰਦੀਆਂ ਨੇ। ਹਾਂ, ਦੇਸੀ ਗਾਂ ਦਾ ਜੋ ਇਨਸਾਨ ਦੁੱਧ ਪੀਂਦਾ ਹੈਗਾ ਉਹ ਦੁੱਧ ਵਾਕਈ ਹੀ ਲਾਹੇਵੰਦ ਹੁੰਦਾ, ਲੰਬੇ ਜੀਵਨ ਲਈ ਹੁੰਦਾ, ਉਹਦੀ ਹੱਡੀ ਨੂੰ 100 ਸਾਲ ਦੀ ਡਿਜ਼ਾਈਨਿੰਗ ਦੇਣ ਵਾਲਾ ਹੁੰਦਾ। ਸੋ ਹੁਣ ਮਿਲਾ ਕੇ ਦੇਖਿਆ ਜਾਵੇ ਕਿ ਜੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈਗਾ ਕਿ ਜੇਕਰ ਬੋਡੀ ਦੇ ਅੰਦਰ ਇਹ ਚੀਜ਼ਾਂ ਕਮੀ ਹੋਣ ਦੇ ਨਾਲ ਤਾਂ ਜਿਹੜਾ ਬੋਡੀ ਹੈ ਉਹ ਉਹਨਾਂ ਦੇ 'ਚੋਂ ਖਰਾਬੀ ਆਉਂਦੀ ਹੈ, ਕਿ ਜੇਕਰ ਇਹ ਚੀਜ਼ਾਂ ਵੱਧ ਜਾਣ ਬੋਡੀ ਦੇ ਅੰਦਰ, ਵਿਟਾਮਿਨਸ ਦੀ ਮਾਤਰਾ ਵੱਧ ਜੇ ਤਾਂ ਵੀ ਕੋਈ ਖਰਾਬੀਆਂ ਆਉਂਦੀਆਂ? ਨਹੀਂ, ਵਿਟਾਮਿਨਸ ਜਦੋਂ ਨੈਚੁਰਲੀ ਫਾਰਮ 'ਚ ਲਓਗੇ ਨਾ, ਬਹੁਤ ਸਾਰੇ ਵਿਟਾਮਿਨ ਐਕਚੁਅਲ 'ਚ ਬੋਡੀ ਬਹੁਤ ਘੱਟ ਵਿਟਾਮਿਨਸ ਬਣਾਉਂਦੀ ਹੈ। ਸਾਰੇ ਵਿਟਾਮਿਨ ਡੇਲੀ ਤੁਹਾਨੂੰ ਨਵੇਂ ਲੈਣੇ ਪੈਂਦੇ ਆ, ਠੀਕ ਹੈ, ਵਾਇਆ ਯੂਰਿਨ, ਵਾਇਆ ਸਟੂਲ, ਵਾਇਆ ਆਪਣਾ ਪਸੀਨਾ, ਇਹ ਬੋਡੀ 'ਚੋਂ ਡੀਟੌਕਸੀਫਾਈ ਹੁੰਦੇ ਰਹਿੰਦੇ ਹੈਗੇ ਆ। ਤਾਂ ਡੇਲੀ ਰੈਗੂਲਰ ਆਪਾਂ ਨੂੰ ਚਾਹੀਦੇ ਹੁੰਦੇ ਨੇ। ਇੰਨੀ ਮਾਤਰਾ ਦੇ ਵਿੱਚ ਫਿਲਹਾਲ ਆਪਣੇ ਦੇਸ਼ ਦੇ ਵਿੱਚ ਲੋਕ ਅਜੇ ਇਸ ਲੈਵਲ 'ਤੇ ਨਹੀਂ ਆਏ ਕਿ ਇੰਨੀ ਮਾਤਰਾ 'ਚ ਲੈਣ ਕੇ ਐਕਸੈਸ ਹੋ ਜਾਏ, ਠੀਕ ਹੈ। ਹਾਂ, ਜਿਸ ਦਿਨ ਆ ਜਾਣਗੇ ਉਦੋਂ ਬੋਡੀ ਲੈਂਗੁਏਜ, ਬੋਡੀ ਦੀ ਲਾਈਫ ਵੱਧਦੀ ਹੋਈ ਨਜ਼ਰ ਆ ਜਾਏਗੀ। ਫਾਰਮ ਨੈਚੁਰਲ ਹੋਣੀ ਚਾਹੀਦੀ ਆ। ਅਨਨੈਚੁਰਲ ਬਹੁਤ ਸਾਰੀਆਂ ਬ੍ਰਾਂਡਡ ਟੈਬਲੇਟ ਦੇ ਬਾਕਸ ਮਿਲ ਜਾਂਦੇ ਨੇ, ਜਿੰਨੇ ਮਰਜ਼ੀ ਖਾ ਲਓ। ਅਗਰ ਇਹਦੇ ਨਾਲ ਲਾਈਫ ਲੰਬੀ ਹੁੰਦੀ ਤਾਂ ਆਈ ਥਿੰਕ ਲੋਕ 50-55 ਸਾਲ ਦੇ ਵਿੱਚ ਇਸ ਕਰਕੇ ਨਾ ਮਰ ਰਹੇ ਹੁੰਦੇ ਕਿ ਉਹਨਾਂ ਦੀ ਦੋਨੇ ਕਿਡਨੀਆਂ ਫੇਲ ਨੇ ਜਾਂ ਉਹਨਾਂ ਦੇ ਲੀਵਰ ਸੋਰਾਈਸਿਸ ਹੋ ਰਿਹਾ। ਤਾਂ ਲੀਵਰ ਸੋਰਾਈਸਿਸ ਦੇ ਜਿਹੜੇ ਇੰਨੇ ਕੇਸ ਵੱਧ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਅਸੀਂ ਬੋਡੀ ਨੂੰ ਕੁਝ ਨੈਚੁਰਲ ਦੇ ਨਹੀਂ ਰਹੇ, ਆਰਟੀਫਿਸ਼ਲੀ ਦੇ ਰਹੇ ਹੈਗੇ, ਠੀਕ ਹੈ। ਜੇ ਕੋਈ ਥੋੜ੍ਹਾ ਜਿਹਾ ਹੈਲਥ ਕੌਨਸ਼ੀਅਸ ਹੁੰਦਾ ਉਹ ਗੂਗਲ ਕਰਦਾ ਉੱਥੇ ਢੇਰ ਸਾਰੀਆਂ ਕੰਪਨੀਆਂ ਦੀ ਬ੍ਰਾਂਡਿੰਗ ਆ ਜਾਂਦੀ ਹੈ ਅਤੇ ਉਹ ਕਹਿੰਦੀ ਮੇਰਾ ਮਿਟਾਉਣ। ਅੱਛਾ, ਫਿਰ ਜਿਹੜੀ ਹੁਣ ਤੱਕ ਦੀ ਜਿੰਨਾ ਵੀ ਅਸੀਂ ਪੜ੍ਹ ਗਏ ਹਾਂ, ਇਹ ਪੜ੍ਹਾਈ ਪਹਿਲਾਂ ਹੁੰਦਾ ਸੀ ਕਿ ਬੰਦੇ ਨੂੰ ਕਹਿੰਦੇ ਸੀ ਰੇਟ ਦੇਖ ਕੇ ਚੀਜ਼ ਲਿਆਓ, ਹੈ ਨਾ। ਫਿਰ ਕਹਿੰਦੇ ਐਕਸਪਾਇਰੀ ਦੇਖ ਕੇ ਵੀ ਚੀਜ਼ ਲਿਆਓ, ਰੇਟ ਵੀ ਦੇਖਣ ਲੱਗ ਪਏ, ਐਕਸਪਾਇਰੀ ਵੀ ਦੇਖੋ। ਹੁਣ ਤੀਸਰੇ ਸਟੈਪ 'ਤੇ ਅਸੀਂ ਇੰਨੇ ਕੁ ਲੈਵਲ 'ਤੇ ਆਏ ਹਾਂ ਕਿ ਅਸੀਂ ਹੁਣ ਜਿਹੜੀ ਨਿਊਟ੍ਰੀਸ਼ਨਲ ਇਨਫੋਰਮੇਸ਼ਨ ਪੜ੍ਹਦੇ ਹਾਂ, ਇਹਦੇ 'ਚ ਕਾਰਬੋਹਾਈਡਰੇਟ ਕਿੰਨੇ, ਫੈਟ ਕਿੰਨੇ, ਕੈਲਰੀਜ਼ ਕਿੰਨੀ, ਇਨਗ੍ਰੇਡੀਐਂਟਸ ਵੱਲ ਕੋਈ ਜਾ ਹੀ ਨਹੀਂ ਰਿਹਾ।
ਮਤਲਬ ਅਸੀਂ ਉਸ ਲੈਵਲ ਤੱਕ ਆਪਣੀ ਨੌਲੇਜ ਨੂੰ ਨਹੀਂ ਲਿਆ ਪਾਏ ਹੈਗੇ ਕਿ ਅਸੀਂ ਜਦੋਂ ਕੋਈ ਡੱਬਾਬੰਦ ਚੀਜ਼ ਨੂੰ ਖਰੀਦਣਾ ਹੈ ਤਾਂ ਉਹਦਾ ਸਭ ਤੋਂ ਪਹਿਲਾ ਜਿਹੜਾ ਹਿੱਸਾ ਪੜ੍ਹਨਾ ਹੈ ਉਹ ਹੈਗਾ ਇੰਗਰੀਡੀਐਂਟਸ, ਉਹਦੀ ਸਮੱਗਰੀ ਜਿਹਨੂੰ ਮਿਲਾ ਕੇ ਉਹਨੂੰ ਤਿਆਰ ਕੀਤਾ ਗਿਆ ਹੈਗਾ। ਤਾਂ ਇਹੀ ਰੀਜ਼ਨ ਹੈ ਕਿ ਬਹੁਤ ਹੀ ਅੱਛੀ ਬ੍ਰਾਂਡਿੰਗ, ਅੱਛੀ ਡਿਜ਼ਾਈਨਿੰਗ ਦੇ ਨਾਲ ਚੀਜ਼ ਨੂੰ ਤਿਆਰ ਕਰਕੇ ਉਹਨੂੰ ਵੇਚਿਆ ਜਾਂਦਾ ਔਰ ਇੱਥੇ ਬਹੁਤ ਸਾਰੀਆਂ ਰੰਗ ਬਿਰੰਗੀਆਂ ਨੈਚੁਰਲ ਪੱਤੀਆਂ ਲਗਾਈਆਂ ਜਾਂਦੀਆਂ ਨੇ, ਲੀਫ ਉਹਦੇ ਲਗਾਏ ਜਾਂਦੇ ਨੇ, ਤਾਂ ਦੇਖਣ ਨੂੰ ਲੱਗਦਾ ਵੀ ਇਹ 'ਚ ਪਤਾ ਨਹੀਂ ਕਿੰਨਾ ਕੁ ਨੈਚੁਰਲ ਹੈ। ਜਿਵੇਂ ਕਾਸਮੈਟਿਕ ਹੀ ਲੈ ਲਈਏ, ਠੀਕ ਹੈ, ਕਾਸਮੈਟਿਕ 'ਚ ਸੇਮ ਚੀਜ਼ ਹੁੰਦੀ ਹੈ, ਨਿਊਟ੍ਰੀਸ਼ਨ ਦੇ ਵਿੱਚ ਹੀ ਇਸੇ ਤਰ੍ਹਾਂ ਚੀਜ਼ ਹੁੰਦੀ ਹੈ। ਅਤੇ ਉਹ ਉੱਪਰ ਕਹਿੰਦੇ ਜੀ ਅਸੀਂ ਨਿਊਟ੍ਰੀਸ਼ਨ ਲੈ ਰਹੇ ਹਾਂ, ਜੇ ਇੰਗਰੀਡੀਐਂਟਸ ਪੜ੍ਹਦੇ ਹਾਂ ਤਾਂ ਫਾਰਮਾ ਬੇਸ ਹੁੰਦਾ ਹੈ। ਅੱਛਾ, ਫਾਰਮਾ ਬੇਸ ਹੈ ਤਾਂ ਉਹਦੇ ਸੋਰਸ ਵੱਲ ਜਾਈਏ ਤਾਂ ਅਨਨੈਚੁਰਲ ਹੁੰਦਾ, ਤਾਂ ਫਿਰ ਉਹ ਬੋਡੀ ਦੇ ਲਈ ਬੋਡੀ ਨੂੰ ਕਿਵੇਂ ਡਾਈਜੈਸਟ ਕਰੇਗੀ। ਸੋ ਇਹ ਚੀਜ਼ਾਂ ਸਾਨੂੰ ਥੋੜ੍ਹਾ ਖਿਆਲ ਰੱਖਣਾ। ਬੜਾ ਸਿੰਪਲ ਫੰਡਾ ਹੈ, ਇਹਦੇ 'ਚ ਜ਼ਿਆਦਾ ਕੁਝ ਉਲਝਣ ਦੀ ਜ਼ਰੂਰਤ ਨਹੀਂ ਹੈਗੀ। ਅੱਛਾ, ਇਹ ਜ਼ਰੂਰੀ ਥੋੜ੍ਹਾ ਨਾ ਕਿ ਅੱਜ ਵਿਟਾਮਿਨਸ ਦਾ ਪਤਾ ਲੱਗਾ ਅਤੇ ਅੱਜ ਅਸੀਂ ਇਹਦੇ ਬਾਰੇ ਗੂਗਲ ਕਰਨਾ। ਇੰਨੇ ਸਾਲਾਂ ਤੋਂ ਇਨਸਾਨ ਪੈਦਾ ਹੋਇਆ, ਜਿੰਦਾ ਸੀ, ਸਾਡੇ ਬਜ਼ੁਰਗ ਵੀ ਜਿੰਦਾ ਰਹਿ ਕੇ ਗਏ ਨੇ, ਠੀਕ ਹੈ, ਉਹ ਕੋਈ ਗੂਗਲ ਥੋੜ੍ਹਾ ਨਾ ਕਰਦੇ ਸੀ। ਹਾਂ, ਉਹਨਾਂ ਨੂੰ ਇਹ ਪਤਾ ਸੀ ਕਿ ਜ਼ਮੀਨ ਦੇ ਵਿੱਚੋਂ ਸਬਜ਼ੀ ਸ਼ਲਗਮ ਲਿਆ, ਇਹਨੂੰ ਧੋ ਕੇ ਮੈਂ ਖਾ ਸਕਦਾ। ਜ਼ਮੀਨ ਦੇ ਵਿੱਚੋਂ ਮੂਲੀ ਲਈਏ, ਧੋ ਕੇ ਮੈਂ ਖਾ ਸਕਦਾ। ਜ਼ਮੀਨ ਦੇ ਵਿੱਚੋਂ ਮੈਂ ਕੋਈ ਖੀਰਾ ਜਾਂ ਤਰ ਲਈਏ, ਉਹਨੂੰ ਧੋ ਕੇ ਖਾ ਸਕਦਾ। ਅੱਜ ਉਹ ਚੀਜ਼ ਨਹੀਂ ਹੈ। ਦਿਸ ਇਜ਼ ਅ ਰੀਜ਼ਨ ਕਿ ਅਸੀਂ ਬਿਮਾਰ ਹਾਂ, ਸਾਡੀ ਬਾਡੀ ਸਿੱਕ ਹੈ, ਸਾਡੀ ਬਾਡੀ ਦੇ ਵਿੱਚ ਕਰੋਨਿਕਲ ਡਿਜ਼ੀਜ਼ ਨੇ, ਭਿਆਨਕ ਰੋਗ ਨੇ, ਠੀਕ ਹੈ। ਵਾਪਸ ਇਹਨਾਂ ਚੀਜ਼ਾਂ ਨੂੰ ਅਸੀਂ ਅਡੋਪਟ ਕਰ ਲਈਏ ਤਾਂ ਉਹੀ ਬਾਡੀ ਦੇ ਵਿੱਚ ਰਿਕਵਰੀ ਹੋਣ ਲੱਗ ਪੈਂਦੀ, ਕਿਉਂਕਿ ਬਾਡੀ ਨੂੰ ਸੋਰਸ ਮਿਲ ਗਏ। ਉਹੀ ਚੀਜ਼ ਪੈਟਰੋਲ ਵਾਲੀ ਗੱਡੀ ਨੂੰ ਪੈਟਰੋਲ ਮਿਲ ਗਿਆ, ਠੀਕ ਹੈ, ਅਤੇ ਹੁਣ ਗੱਡੀ ਪੈਟਰੋਲ ਦੀ ਹੈ, ਪੈ ਮਿੱਟੀ ਦਾ ਤੇਲ ਰਿਹਾ, ਕੈਰੋਸੀਨ ਪੈ ਰਿਹਾ। ਤਾਂ ਦਿਸ ਇਜ਼ ਦਾ ਰੀਜ਼ਨ ਕਿ ਜਿਹੜੀਆਂ ਪੂਰੀ ਦੀ ਪੂਰੀਆਂ ਨਾਲੀਆਂ ਨੇ ਜਿਸ ਸਪਲਾਈ ਸੀ ਉਹ ਬਲੌਕ ਨੇ, ਇੰਜਨ ਸੀਜ਼ ਹੈ, ਠੀਕ ਹੈ। ਤਾਂ ਉਹ ਇਹ ਬੜੀ ਸਿੰਪਲ ਜੀ ਹੈ ਇਹਦੀ ਸਾਇੰਸ ਬਾਡੀ ਦੀ। ਇਹਨਾਂ ਕੰਪਲੀਕੇਟਡ ਕੀਤਾ ਹੋਇਆ ਹੈ ਨਾ, ਨਿੱਕੇ ਚੀਜ਼ਾਂ ਨੂੰ ਐਡ ਕਰਕੇ, ਆਹ ਵਿਟਾਮਿਨਸ, ਆਹ ਪ੍ਰੋਟੀਨ, ਆਹ ਮਿਨਰਲਸ, ਤਾਂ ਉਹ ਬਾਡੀ ਦੀ ਤਕਰੀਬਨ ਕਰੋੜਾਂ ਸੈਲਸ ਨੇ, ਠੀਕ ਆ। ਹੁਣ ਉਹਦੇ ਅੰਦਰ ਕਰੋੜਾਂ ਤਰ੍ਹਾਂ ਦੇ ਕੈਮੀਕਲ ਰਿਐਕਸ਼ਨ ਹੋ ਰਹੇ ਨੇ, ਲੱਖਾਂ ਤਰ੍ਹਾਂ ਦੇ ਵਿਚਾਰ 24 ਘੰਟੇ 'ਚ ਪੈਦਾ ਹੋ ਰਹੇ ਨੇ, ਠੀਕ ਹੈ। ਐਡਾ ਵੱਡਾ ਮੈਕੈਨਿਜ਼ਮ ਹੈ। ਇੱਕ ਛੋਟਾ ਜਿਹਾ ਮੁੱਠੀ ਪਰ ਹਾਰਟ ਹੈ ਸਾਡੇ ਅੰਦਰ, ਮੁੱਠੀ, ਉਹਦਾ ਵਜ਼ਨ 200 ਗ੍ਰਾਮ 300 ਗ੍ਰਾਮ ਦੇ ਨੀਅਰ ਅਬਾਊਟ ਹੈਗਾ। ਇੱਕ ਵਾਰੀ ਪੰਪ ਕਰਦਾ 70,000 ਮੀਲ ਦੀ ਸਪਲਾਈ ਦੇ ਦਿੰਦਾ, ਠੀਕ ਹੈ। ਹੁਣ ਇਸ ਚੀਜ਼ ਨੂੰ ਪਹਿਲਾਂ ਖੋਲ੍ਹ ਕੇ ਸਮਝਣਾ ਜਾਂ ਟੈਕਨੀਕਲੀ ਸਮਝਣ ਦੀ ਕੋਈ ਜ਼ਰੂਰਤ ਥੋੜ੍ਹਾ ਨਾ ਹੈਗੀ। ਹਾਂ, ਜਿਹੜਾ ਡਾਕਟਰ ਉਹਦੇ ਲਈ ਸਮਝਣਾ ਜ਼ਰੂਰੀ ਹੈ, ਕਿਉਂਕਿ ਉਹਨੇ ਅੱਗੇ ਇਲਾਜ ਕਰਨਾ ਹੈਗਾ। ਬਟ ਆਮ ਬੰਦੇ ਲਈ ਇੰਨਾ ਕੰਪਲੀਕੇਟਡ ਨੂੰ ਸਮਝਣ ਦੀ ਜ਼ਰੂਰਤ ਨਹੀਂ। ਬਸ ਉਹਨੇ ਇੰਨੀ ਕੁ ਸਮਝ ਰੱਖਣੀ ਹੈ ਕਿ ਜਿਹੜੀ ਚੀਜ਼ ਨੂੰ ਮੈਂ ਅੰਦਰ ਸੁੱਟਾਂ, ਇਨਟੇਕ ਕਰਾਂ, ਖਾਣੇ ਦੇ ਰੂਪ 'ਚ ਲਵਾਂ, ਮੈਨੂੰ ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਸਹੀ ਹੈ, ਇਹ ਨੈਚੁਰਲ ਹੈ, ਇਹਦੇ ਸੋਰਸ ਸਹੀ ਨੇ, ਸੋਰਸ ਜਿੱਥੋਂ ਇਹ ਬਣੀ ਹੋਈ ਹੈ, ਠੀਕ ਹੈ। ਚਾਹੇ ਆਪਾਂ ਦੁੱਧ ਬੰਦ ਕਰਵਾ ਰਹੇ ਹਾਂ, ਦੁੱਧ ਇਸ ਕਰਕੇ ਨਹੀਂ ਬੰਦ ਕਰਵਾ ਰਹੇ ਕਿ ਦੁੱਧ ਆਪਾਂ ਨੂੰ ਕੋਈ ਦੁੱਧ ਨਾਲ ਨਫ਼ਰਤ ਹੈ, ਇਸ ਕਰਕੇ ਬੰਦ ਕਰਾ ਰਹੇ ਕਿ ਉਹਦੀ ਕੁਆਲਿਟੀ ਮਾੜੀ ਆ ਰਹੀ ਹੈ, ਠੀਕ ਹੈ। ਦੇਸੀ ਗਾਂ ਅੱਛਾ ਦੁੱਧ ਦਿੰਦੀ ਹੈ ਨਾ, ਬੰਨੋ ਘਰੇ ਉਹਨੂੰ, ਉਹਦੇ ਤੋਂ ਲਵੋ ਦੁੱਧ, ਪਿਆਓ ਬੱਚੇ ਨੂੰ, ਠੀਕ ਹੈ। ਅਸੀਂ ਕਦੀ ਵੀ ਨਹੀਂ ਉਹਨੂੰ ਮਨਾ ਕੀਤਾ ਜਾਂਦਾ ਕਿ ਇਸ ਦੁੱਧ ਨੂੰ ਨਹੀਂ ਪੀਣਾ। ਹੁਣ ਸਾਡੇ ਕੋਲ ਪੇਸ਼ੈਂਟ ਆਉਂਦਾ, ਉਹ ਕਹਿੰਦਾ ਜੀ ਡਾਕਟਰ ਸਾਹਿਬ ਦੁੱਧ ਕਿਉਂ ਬੰਦ ਕਰਾ ਰਹੇ ਹੋ, ਸਾਡਾ ਤਾਂ ਆਪਣਾ ਦੁੱਧ ਹੈ, ਕਹਿੰਦਾ ਘਰ ਦਾ ਚੁਆਵਾਂ ਦੁੱਧ ਹੈ। ਫਿਰ ਮੈਂ ਪੁੱਛਦਾ ਗਾਂ ਕਿਹੜੀ ਆ, ਕਹਿੰਦਾ ਜੀ ਵਲੈਤਣ ਹੈ, ਠੀਕ ਹੈ। ਤਾਂ ਉਹਨੂੰ ਫਿਰ ਇਹ ਕਹਿੰਦਾ ਕਿ ਇਸ ਗਾਂ ਦੀ ਜਗ੍ਹਾ ਇੱਕ ਦੇਸੀ ਬੰਨ ਲਾ, ਮੇਰੇ ਨੂੰ ਸਾਰੇ ਟੱਬਰ ਨੂੰ ਪਿਲਾ ਲਾ, ਕਿਉਂਕਿ ਜੇ ਤੁਸੀਂ ਸਾਡੇ ਕੋਲ ਆਏ ਹੋ ਤਾਂ ਸਿਹਤ ਲਈ ਆਏ ਹੋ ਨਾ, ਤਾਂ ਅਸੀਂ ਤੁਹਾਨੂੰ ਉਹੀ ਐਡਵਾਈਸ ਕਰਾਂਗੇ ਜੇ ਤੁਹਾਡੀ ਸਿਹਤ ਦੇ ਲਈ ਹੈ, ਤਾਂ ਅਸੀਂ ਜਸਟੀਫਾਈ ਕਰ ਸਕੀਏ ਤੁਹਾਡੇ ਨਾਲ ਵੀ, ਠੀਕ ਹੈ। ਤਾਂ ਉਹਦੇ ਲਈ ਅਸੀਂ ਤੁਹਾਨੂੰ ਇਹ ਕਹੀਏ ਕਿ ਪਹਿਲਾਂ ਦੇਸੀ ਗਾਂ ਲੈ ਕੇ ਆਓ 70-80 ਹਜ਼ਾਰ ਰੁਪਏ ਦੀ, ਉਹਦੇ ਨਾਲ ਬੈਟਰ ਹੈਗਾ ਕਿ ਤੁਹਾਡਾ ਦੁੱਧ ਬੰਦ ਕਰਵਾ ਦਈਏ, ਤਾਂ ਜੋ ਬਾਡੀ ਦੇ ਅੰਦਰ ਜਿਹੜਾ ਟੌਕਸਿਨ ਜਾ ਰਿਹਾ ਪਹਿਲਾਂ ਉਹਨੂੰ ਰੋਕ ਲਈਏ। ਫਿਰ ਅਸੀਂ ਜੋ ਦੇਣਾ ਫੂਡ ਦੇ ਰੂਪ ਦੇ ਵਿੱਚ, ਰੈਮਡੀਜ਼ ਦੇ ਰੂਪ ਦੇ ਵਿੱਚ, ਕਮ ਸੇ ਕਮ ਉਹ ਤੁਹਾਡੇ ਰੋਗ 'ਤੇ ਤਾਂ ਕੰਮ ਕਰੇ। ਅਦਰਵਾਈਜ਼ ਨਹੀਂ ਤਾਂ ਡੇਲੀ ਰੈਮਡੀਜ਼ ਵੀ ਲੈ ਰਹੇ ਹੋ ਸਾਡੀਆਂ, ਨਾਲ ਟੌਕਸਿਨ ਵੀ ਲੈ ਰਹੇ ਹੋ, ਤਾਂ ਰੈਮਡੀਜ਼ ਦਾ ਸਾਰਾ ਜ਼ੋਰ ਤਾਂ ਉਹਨੂੰ ਡੀਟੌਕਸੀਫਾਈ ਕਰਨ 'ਤੇ ਲੱਗ ਜਾਂਦਾ, ਜਿਹੜੇ ਰੋਗ ਲਈ ਲੈ ਕੇ ਜਾਂਦੇ ਉਹਦਾ ਰਿਜ਼ਲਟ ਸਲੋ ਹੋ ਜਾਂਦਾ। ਤਾਂ ਦਿਸ ਇਜ਼ ਦਾ ਰੀਜ਼ਨ ਕਿ ਜਿੰਨਾ ਅਸੀਂ ਨੈਚੁਰਲ ਹਰੀਆਂ ਸਬਜ਼ੀਆਂ, ਪੱਤੇਦਾਰ ਸਬਜ਼ੀਆਂ ਦੇ ਨਾਲ ਔਰ ਅੱਛੇ ਡੇਅਰੀ ਪ੍ਰੋਡਕਟ ਨਾਲ ਜੇ ਜੁੜਦੇ ਹਾਂ ਤਾਂ ਅਸੀਂ ਸਾਰੇ ਤਰ੍ਹਾਂ ਦੇ ਵਿਟਾਮਿਨਸ ਲੈ ਸਕਦੇ ਹੈਗੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਨਿਊਜ਼ ਏਸ਼ੀਆ ਪੰਜਾਬੀ ਦਾ, ਸਾਰੇ ਦਰਸ਼ਕਾਂ ਦਾ ਇਹਨਾਂ ਪਿਆਰ ਦੇਣ ਵਾਸਤੇ, ਔਰ ਬਹੁਤ ਅੱਛਾ ਉਪਰਾਲਾ ਨਿਊਜ਼ ਏਸ਼ੀਆ ਪੰਜਾਬੀ ਦਾ, ਜਿਨ੍ਹਾਂ ਦੀ ਵਜ੍ਹਾ ਨਾਲ ਅੱਛੀ ਜਾਣਕਾਰੀ ਹਰ ਪਰਿਵਾਰ ਤੱਕ ਪਹੁੰਚ ਰਹੀ ਹੈ। ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਵਿਟਾਮਿਨਸ ਬਾਰੇ
ਵਿਟਾਮਿਨ ਕੀ ਹੁੰਦੇ ਨੇ, ਕਿਸ ਤਰ੍ਹਾਂ ਬਾਡੀ ਦੇ ਅੰਦਰ ਇਹ ਕੰਮ ਕਰਦੇ ਨੇ, ਕੀ ਕੰਮ ਹੈਗਾ ਬਾਡੀ ਦਾ ਅੰਦਰ ਦਾ ਸਰੀਰ ਦੇ ਵਿੱਚ ਵਿਟਾਮਿਨਸ ਦਾ, ਵਿਟਾਮਿਨ ਦੀ ਕਮੀ ਨਾਲ ਕਿਹੜੇ ਰੋਗ ਸਾਨੂੰ ਲੱਗ ਜਾਂਦੇ ਨੇ, ਵਿਟਾਮਿਨ ਅਸੀਂ ਕਿਹੜੇ ਰੂਪ ਦੇ ਵਿੱਚ ਸਰੀਰ ਦੇ ਅੰਦਰ ਲੈ ਸਕਦੇ ਹਾਂ, ਕਿਹੜੇ ਖਾਣੇ 'ਚੋਂ ਸਾਨੂੰ ਮਿਲਦੇ ਨੇ, ਜਿਹੜੇ ਗੋਲੀਆਂ ਕੈਪਸੂਲ ਦੇ ਸ਼ਕਲ ਦੇ ਵਿੱਚ ਵਿਟਾਮਿਨ ਲੈ ਰਹੇ ਹਾਂ ਉਹ ਕਿੰਨੇ ਕੁ ਕਾਰਗਰ ਨੇ, ਅਤੇ ਵਿਟਾਮਿਨ ਵੱਧ ਘੱਟ ਜਾਣ ਤਾਂ ਕੀ ਹੁੰਦਾ ਹੈ ਸਰੀਰ ਦੇ ਵਿੱਚ, ਵਿਟਾਮਿਨ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ। ਇਹ ਸਾਰੀ ਜਾਣਕਾਰੀ ਅੱਜ ਸਾਨੂੰ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨੇ ਦੱਸੀ ਹੈ, ਅਤੇ ਨਾਲ ਹੀ ਦੱਸਿਆ ਕਿ ਵਿਟਾਮਿਨ ਜਿਹੜੇ ਨੇ ਉਹ ਸਾਨੂੰ ਨੈਚੁਰਲ ਫਾਰਮ ਯਾਨੀ ਕੁਦਰਤੀ ਜਿਹੜੇ ਤਰੀਕਿਆਂ ਤੋਂ ਲੈਣੇ ਚਾਹੀਦੇ ਨੇ। ਦੂਜੇ ਤਰੀਕੇ ਦੇ ਲਿੱਤੇ ਹੋਏ ਕੈਪਸੂਲ ਜਿਹੜੇ ਗੋਲੀਆਂ ਦੇ ਰੂਪ ਦੇ ਵਿੱਚ ਲਿੱਤੇ ਹੋਏ ਵਿਟਾਮਿਨ ਉਹ ਸਰੀਰ ਦੇ ਵਿੱਚ ਟੌਕਸਿਨ ਜ਼ਹਿਰੀਲੇ ਪਦਾਰਥਾਂ ਦੀ ਗਿਣਤੀ ਵਧਾ ਦਿੰਦੇ ਨੇ, ਅਤੇ ਸਰੀਰ ਜਿਹੜੇ ਕੰਮ ਲਈ ਵਿਟਾਮਿਨ ਲਿੱਤਾ ਗਿਆ ਹੁੰਦਾ ਉਸ ਕੰਮ ਨੂੰ ਪੂਰੀ ਤਰ੍ਹਾਂ ਲੈਣ ਲਈ, ਉਸ ਰੋਗ ਨੂੰ ਠੀਕ ਕਰਨ ਲਈ ਦੀ ਬਜਾਏ ਉਹ ਟੌਕਸਿਨਸ ਬਾਹਰ ਕੱਢਣ ਦੇ ਉੱਤੇ ਜਿਹੜਾ ਪੂਰਾ ਜ਼ੋਰ ਲਾ ਦਿੰਦਾ। ਸੋ ਤੁਹਾਨੂੰ ਕਿਵੇਂ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਹੋਰ ਲੋਕ ਵੀ ਚੁੱਕ ਸਕਣ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।